ਹੈਲੋ एवरीवन, ਕਿਵੇਂ ਹੋ ਸਾਰੇ ਬਈ? ਪੜ੍ਹ ਰਹੇ ਹੋ ਨਾ ਘਰੇ ਸਾਰੇ? ਹਾਂ, ਪੜ੍ਹਨਾ ਜ਼ਰੂਰ ਹੈ। ਲਾਸਟ ਵੀਡੀਓ ਦੇ ਵਿੱਚ ਆਪਾਂ ਜਿਹੜਾ ਟੌਪਿਕ ਕੀਤਾ ਸੀ ਉਹ ਸੀ ਗੁਰੂ ਨਾਨਕ ਦੇਵ ਜੀ ਦੀਆਂ ਟੀਚਿੰਗਸ, ਯਾਨੀ ਕਿ ਸਿੱਖਿਆਵਾਂ। ਹੁਣ ਇਹ ਜਿਹੜੀਆਂ ਸਿੱਖਿਆਵਾਂ ਸੀ ਗੁਰੂ ਨਾਨਕ ਦੇਵ ਜੀ ਨੇ ਦਿੱਤੀਆਂ, ਉਹ ਲੋਕਾਂ ਨਾਲ ਜਿਹੜਾ ਉਹਨਾਂ ਨੂੰ ਐਡਰੈਸ ਕੀਤਾ ਸੀ, ਉਸ ਬੇਸ ਤੇ ਅਗਲਾ ਜਿਹੜਾ ਆਪਣਾ ਟੌਪਿਕ ਹੈ, ਜਿਵੇਂ ਮੈਂ ਲਾਸਟ ਵੀਡੀਓ ਦੇ ਵਿੱਚ ਦੱਸ ਵੀ ਦਿੱਤਾ ਸੀ ਤੁਹਾਨੂੰ ਲਾਸਟ ਤੇ ਆ ਕੇ, ਕਿ ਗੁਰੂ ਨਾਨਕ ਦੇਵ ਜੀ ਇੱਕ ਸਮਾਜ ਸੁਧਾਰਕ ਸਨ ਜਾਂ ਇੱਕ ਕ੍ਰਾਂਤੀਕਾਰੀ ਸਨ। ਹੁਣ ਇਸ ਚੀਜ਼ ਨੂੰ ਲੈ ਕੇ ਜਿਹੜੇ ਇਤਿਹਾਸਕਾਰ ਨੇ ਉਹ ਅਲੱਗ-ਅਲੱਗ ਰਾਵਾਂ ਜਿਹੜੀਆਂ ਨੇ ਉਹ ਰੱਖਦੇ ਨੇ। ਜਿਹੜੀਆਂ ਉਹਨਾਂ ਦੀਆਂ ਕੁਝ ਇਤਿਹਾਸਕਾਰ ਇਹ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਇੱਕ ਸਮਾਜ ਸੁਧਾਰਕ ਸਨ। ਸਮਾਜ ਸੁਧਾਰਕ ਦਾ ਮਤਲਬ ਉਹ ਹੈ ਕਿ ਜੋ ਸਮਾਜ ਦੇ ਵਿੱਚ ਪਹਿਲਾਂ ਤੋਂ ਚੱਲ ਰਿਹਾ ਹੈ, ਹੁਣ ਜਿਹੜਾ ਸੁਧਾਰਕ ਹੈ ਉਹਨੂੰ ਲੱਗਦਾ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਹੀ ਨਹੀਂ ਹੈ, ਉਹਦੇ 'ਚ ਚੇਂਜ ਕਰਨ ਦੀ ਜ਼ਰੂਰਤ ਹੈ, ਉਹਦੇ ਸੁਧਾਰ ਲਿਆਉਣ ਦੀ ਜ਼ਰੂਰਤ ਹੈ, ਤਾਂ ਉਹ ਉਹਨਾਂ ਚੀਜ਼ਾਂ ਸੁਧਾਰ ਲਿਆਉਣ ਲਈ ਉਹਦੇ ਫਾਲੋਅਰਸ ਨੂੰ ਕਹਿੰਦਾ, ਉਹ ਹੁੰਦਾ ਸਮਾਜ ਸੁਧਾਰਕ। ਤਾਂ ਕੁਝ ਇਤਿਹਾਸਕਾਰ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਸਮਾਜ ਸੁਧਾਰਕ ਸਨ। ਹਾਂ, ਲੇਕਿਨ ਕੁਝ ਹੋਰ ਉਹ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਇੱਕ ਸਮਾਜ ਸੁਧਾਰਕ ਨਹੀਂ ਬਲਕਿ ਇੱਕ ਕ੍ਰਾਂਤੀਕਾਰੀ ਸਨ। ਹੁਣ ਕ੍ਰਾਂਤੀਕਾਰੀ ਕੌਣ ਹੁੰਦਾ? ਕ੍ਰਾਂਤੀਕਾਰੀ ਉਹ ਹੁੰਦਾ ਜਿਹੜਾ ਸਮਾਜ ਦੇ ਵਿੱਚ ਜੋ ਚੱਲ ਰਿਹਾ ਉਹਨੂੰ ਚੇਂਜ ਕਰਨਾ ਚਾਹੁੰਦਾ, ਕਹਿੰਦਾ ਸਭ ਬਦਲ ਦਿਓ ਔਰ ਬੜੀ ਸਪੀਡ ਅਪ ਕਰਕੇ ਬਦਲ ਦਿਓ, ਤੇਜ਼ੀ ਨਾਲ ਬਦਲ ਦਿਓ, ਆਹ ਠੀਕ ਨਹੀਂ ਉਹ ਠੀਕ ਨਹੀਂ, ਬਦਲ ਦਿਓ ਸਾਰਾ ਕੁਝ। ਤਾਂ ਕੁਝ ਇਤਿਹਾਸਕਾਰ ਇਸ ਚੀਜ਼ ਦੀ ਫੇਵਰ 'ਚ ਨੇ ਕਿ ਗੁਰੂ ਨਾਨਕ ਦੇਵ ਜੀ ਇੱਕ ਕ੍ਰਾਂਤੀਕਾਰੀ ਸਨ। ਹੁਣ ਤੀਸਰਾ ਪੱਖ ਵੀ ਹੈ, ਕੁਝ ਇਤਿਹਾਸਕਾਰ ਇਹ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਨਾ ਕ੍ਰਾਂਤੀਕਾਰੀ ਸਨ ਨਾ ਸਮਾਜ ਸੁਧਾਰਕ ਸਨ, ਬਲਕਿ ਉਹ ਇੱਕ ਕ੍ਰਾਂਤੀਕਾਰੀ ਕਿਸਮ ਦੇ ਸਮਾਜ ਸੁਧਾਰਕ ਸਨ। ਯਾਨੀ ਬਦਲਾਵ ਤਾਂ ਚਾਹੁੰਦੇ ਸੀ ਲੇਕਿਨ ਸੁਧਾਰ ਕਰਨਾ ਚਾਹੁੰਦੇ ਸੀ। ਉਸ ਵੇਲੇ ਹਿੰਦੂ ਧਰਮ ਸੀ, ਹਿੰਦੂ ਧਰਮ ਦੀਆਂ ਜਿਹੜੀਆਂ ਚੀਜ਼ਾਂ ਗੁਰੂ ਨਾਨਕ ਦੇਵ ਜੀ ਨੂੰ ਪਸੰਦ ਨਹੀਂ ਸੀ, ਚਾਹੇ ਉਹ ਅੰਧ ਵਿਸ਼ਵਾਸਾਂ ਦੀ ਗੱਲ ਸੀ, ਚਾਹੇ ਉਹ ਅਵਤਾਰਵਾਦ ਦੀ ਗੱਲ ਸੀ, ਜਾਂ ਉਹ ਪੁਰੋਹਿਤਵਾਦ ਦੀ ਗੱਲ ਸੀ, ਜਾਂ ਸੰਸਕ੍ਰਿਤ ਭਾਸ਼ਾ ਨੂੰ ਪਵਿੱਤਰ ਮੰਨਣ ਦੀ ਗੱਲ ਸੀ, ਜਾਂ ਸੰਨਿਆਸ ਲੈ ਕੇ ਜੰਗਲਾਂ ਚਲੇ ਜਾਣ ਦੀ ਗੱਲ ਸੀ, ਉਹਨਾਂ ਨੂੰ ਪਸੰਦ ਨਹੀਂ ਸੀ, ਇਹਨਾਂ ਨੂੰ ਚੇਂਜ ਕਰਨਾ ਚਾਹੁੰਦੇ ਸੀ। ਤਾਂ ਉਹ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਇੱਕ ਕ੍ਰਾਂਤੀਕਾਰੀ ਕਿਸਮ ਦੇ ਸੁਧਾਰਕ ਸਨ, ਯਾਨੀ ਸਪੀਡ ਅਪ ਚੇਂਜਸ ਚਾਹੁੰਦੇ ਸੀ, ਚੇਂਜ ਕਰਨੀਆਂ ਚਾਹੁੰਦੇ ਸੀ, ਲੇਕਿਨ ਤੇਜ਼ੀ ਨਾਲ ਕਰਨਾ ਚਾਹੁੰਦੇ ਸੀ, ਲੇਕਿਨ ਨਵਾਂ ਕੁਛ ਨਹੀਂ ਸੀ ਚਲਾਉਣਾ ਚਾਹੁੰਦੇ। ਤਾਂ ਚਲੋ ਆਪਾਂ ਅਗਲਾ ਟੌਪਿਕ ਕਰਦੇ ਹਾਂ, ਗੁਰੂ ਨਾਨਕ ਦੇਵ ਜੀ ਇੱਕ ਸਮਾਜ ਸੁਧਾਰਕ ਜਾਂ ਕ੍ਰਾਂਤੀਕਾਰੀ। ਆਓ +2 ਹਿਸਟਰੀ ਦਾ ਚੌਥੇ ਲੈਸਨ ਦਾ ਜੋ ਆਪਣਾ ਆਖਰੀ ਟੌਪਿਕ ਹੈ ਉਹ ਹੈ ਗੁਰੂ ਨਾਨਕ ਦੇਵ ਜੀ ਇੱਕ ਕ੍ਰਾਂਤੀਕਾਰੀ ਜਾਂ ਇੱਕ ਸੁਧਾਰਕ। ਤਾਂ ਹੁਣ ਗੁਰੂ ਨਾਨਕ ਦੇਵ ਜੀ ਕ੍ਰਾਂਤੀਕਾਰੀ ਸਨ ਜਾਂ ਇੱਕ ਸੁਧਾਰਕ ਸਨ, ਇਸ ਵਿਸ਼ੇ 'ਚ ਅਲੱਗ-ਅਲੱਗ ਇਤਿਹਾਸਕਾਰਾਂ ਦੇ ਅਲੱਗ-ਅਲੱਗ ਵਿਚਾਰ ਨੇ। ਕੁਝ ਇਤਿਹਾਸਕਾਰ ਜਿਨ੍ਹਾਂ 'ਚ M.A. ਮੈਕਾਲਿਫ, ਡਾਕਟਰ J.S. ਗਰੇਵਾਲ, ਡਾਕਟਰ ਭਗਤ ਸਿੰਘ, ਡਾਕਟਰ ਗੰਡਾ ਸਿੰਘ, ਡਾਕਟਰ V.N. ਤਿਵਾੜੀ, S.S. ਗਾਂਧੀ ਆਦਿ ਗੁਰੂ ਨਾਨਕ ਦੇਵ ਜੀ ਨੂੰ ਕੀ ਮੰਨਦੇ ਨੇ? ਕ੍ਰਾਂਤੀਕਾਰੀ ਮੰਨਦੇ ਹਨ। ਦੂਜੇ ਪਾਸੇ ਕੁਝ ਐਸੇ ਇਤਿਹਾਸਕਾਰ ਨੇ ਜਿਹੜੇ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਕ੍ਰਾਂਤੀਕਾਰੀ ਨਹੀਂ ਸਨ ਬਲਕਿ ਸੁਧਾਰਕ ਸਨ। ਉਹ ਕਿਹੜੇ ਨੇ? ਡਾਕਟਰ I.B. ਬਨਰਜੀ, G.C. ਨਾਰੰਗ, ਡਾਕਟਰ H.R. ਗੁਪਤਾ, ਡਾਕਟਰ A.C. ਬਨਰਜੀ ਆਦਿ ਗੁਰੂ ਨਾਨਕ ਦੇਵ ਜੀ ਨੂੰ ਇੱਕ ਸੁਧਾਰਕ ਮੰਨਦੇ ਨੇ। ਹੁਣ ਐਕਚੁਅਲੀ ਕੀ ਹੈ? ਆਪਾਂ ਜਿਵੇਂ ਸ਼ੁਰੂ ਤੇ ਗੱਲ ਕੀਤੀ ਕਿ ਕ੍ਰਾਂਤੀਕਾਰੀ ਕੌਣ ਹੁੰਦਾ ਹੈ ਔਰ ਸੁਧਾਰਕ ਕੌਣ ਹੁੰਦਾ ਹੈ, ਭਾਵ ਕੀ ਹੈ ਕ੍ਰਾਂਤੀਕਾਰੀ ਤੋਂ। ਤਾਂ ਸਭ ਤੋਂ ਪਹਿਲੀ ਗੱਲ ਜਿਹੜੀ ਹੈ, ਕ੍ਰਾਂਤੀਕਾਰੀ ਕੌਣ ਹੁੰਦਾ ਹੈ? ਕ੍ਰਾਂਤੀਕਾਰੀ ਆਪਣੇ ਯੁੱਗ ਵਿੱਚ ਪ੍ਰਚਲਿਤ ਰੀਤੀ ਰਿਵਾਜ਼ਾਂ ਨੂੰ ਬਦਲ ਕੇ ਉਹਨਾਂ ਦੀ ਥਾਂ ਤੇ ਨਵੇਂ ਸਿਧਾਂਤਾਂ ਤੇ ਰਸਮਾਂ ਨੂੰ ਸਥਾਪਿਤ ਕਰਨ ਦਾ ਯਤਨ ਕਰਦਾ ਹੈ। ਇਹ ਕੰਮ ਉਹ ਬੜੀ ਤੇਜ਼ੀ ਨਾਲ ਕਰਨਾ ਚਾਹੁੰਦਾ ਹੈ। ਉਹ ਲੋਕਾਂ ਦੇ ਵਿਰੋਧ ਦੀ ਕੋਈ ਪਰਵਾਹ ਨਹੀਂ ਕਰਦਾ। ਇਸ ਤਰ੍ਹਾਂ ਉਹ ਪੁਰਾਣੇ ਸਮਾਜ ਨੂੰ ਨਸ਼ਟ ਕਰਕੇ ਉਸਦੇ ਖੰਡਰਾਂ ਤੇ ਇੱਕ ਨਵੇਂ ਸਮਾਜ ਦਾ ਨਿਰਮਾਣ ਕਰਨਾ ਚਾਹੁੰਦਾ ਹੈ। ਉਹ ਹੈ ਕ੍ਰਾਂਤੀਕਾਰੀ ਜੋ ਸਮਾਜ ਨੂੰ ਚੇਂਜ ਕਰਨਾ ਚਾਹੁੰਦਾ ਹੈ, ਬੜੀ ਸਪੀਡ ਨਾਲ ਚੇਂਜ ਕਰਨਾ ਚਾਹੁੰਦਾ ਹੈ। ਔਰ ਇਹਦੇ ਵਿੱਚ ਉਹ ਸਮਾਜ ਦੇ ਲੋਕ ਕਿਉਂਕਿ ਉਹਨੂੰ ਉਹ ਲੱਗਦਾ ਕਿ ਬਈ ਗਲਤ ਹੈ, ਚੇਂਜ ਕਰਨੀ ਚਾਹੀਦੀ ਹੈ, ਸਮਾਜ ਦੇ ਲੋਕ ਵਿਰੋਧ ਵੀ ਕਰਦੇ, ਉਸ ਗੱਲ ਦੀ ਵੀ ਉਹ ਪਰਵਾਹ ਨਹੀਂ ਕਰਦਾ ਔਰ ਨਵਾਂ ਇੱਕ ਸੈਟਅਪ ਆਪਦਾ ਲਿਆਉਣਾ ਚਾਹੁੰਦਾ। ਇਸ ਕਰਕੇ ਉਹਨੂੰ ਆਪਾਂ ਕਹਿੰਦੇ ਹਾਂ ਕ੍ਰਾਂਤੀਕਾਰੀ। ਦੂਸਰੀ ਗੱਲ, ਹੁਣ ਸੁਧਾਰਕ ਕੌਣ ਹੁੰਦਾ ਹੈ? ਅਗਰ ਆਪਾਂ ਇਹ ਜਾਣੀਏ, ਸੁਧਾਰਕ ਸਮਾਜ ਦਾ ਨਵ ਨਿਰਮਾਣ ਕਰਨ ਦੇ ਹੱਕ ਵਿੱਚ ਨਹੀਂ ਹੁੰਦਾ, ਯਾਨੀ ਉਹ ਨਵਾਂ ਸਮਾਜ ਨਹੀਂ ਸਿਰਜਣਾ ਚਾਹੁੰਦਾ। ਉਹ ਸਮਾਜ ਦੇ ਬੁਨਿਆਦੀ ਅਸੂਲਾਂ ਨੂੰ ਪ੍ਰਵਾਨ ਕਰਦਾ ਹੈ। ਸਮਾਜ ਵਿੱਚ ਜੋ ਪਹਿਲਾਂ ਤੋਂ ਇੱਕ ਬੁਨਿਆਦੀ ਢਾਂਚਾ ਜੋ ਬਣਿਆ ਹੁੰਦਾ, ਉਹ ਕਹਿੰਦਾ ਉਹ ਠੀਕ ਹੈ, ਅਤੇ ਜਿੱਥੋਂ ਤੱਕ ਉਹ ਗਲਤ ਸਾਬਿਤ ਹੋ ਰਹੇ ਹੋਣ ਉੱਥੇ ਉਹਨੂੰ ਠੀਕ ਕਰਨ ਦਾ ਸੁਝਾਅ ਜਿਹੜਾ ਹੈ ਉਹ ਦਿੰਦਾ ਹੈ ਕਿ ਬਈ ਅਗਰ ਇੱਥੇ ਗਲਤੀ ਕੋਈ ਹੋ ਰਹੀ ਹੈ, ਸਮਾਜ ਵਿੱਚ ਆ ਕਮੀ ਆ ਗਈ ਹੈ, ਕੋਈ ਦੋਸ਼ ਆ ਗਿਆ, ਉਸ ਨੂੰ ਉਹਦੇ ਸੁਧਾਰ ਕਰਕੇ ਉਹਨੂੰ ਦੁਬਾਰਾ ਤੋਂ
ਸਹੀ ਕਰਨਾ ਚਾਹੁੰਦਾ ਹੈ, ਔਰ ਇਸ ਦੀ ਬਜਾਏ ਉਹ ਲੋਕਾਂ ਦੇ ਵਿਰੋਧ ਦੀ ਬਜਾਏ ਉਹਨਾਂ ਦਾ ਸਹਿਯੋਗ ਪ੍ਰਾਪਤ ਕਰਨਾ ਚਾਹੁੰਦਾ ਹੈ। ਉਹ ਹੁੰਦਾ ਹੈ ਸਮਾਜ ਸੁਧਾਰਕ। ਹੁਣ ਆਪਾਂ ਦੋਨੋਂ ਕਨਸੈਪਟ ਜਿਹੜੇ ਨੇ ਉਹ ਦੇਖ ਲਏ ਕਿ ਸੁਧਾਰਕ ਕੌਣ ਹੁੰਦਾ ਹੈ ਔਰ ਕ੍ਰਾਂਤੀਕਾਰੀ ਕੌਣ ਹੁੰਦਾ ਹੈ। ਹੁਣ ਜਿਹੜੇ ਇਤਿਹਾਸਕਾਰ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਕ੍ਰਾਂਤੀਕਾਰੀ ਸਨ, ਪਹਿਲਾ ਕਨਸੈਪਟ ਆਪਾਂ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਇੱਕ ਕ੍ਰਾਂਤੀਕਾਰੀ ਸਨ। ਔਰ ਜਿਹੜੀ ਗੱਲਾਂ ਸਿੱਧ ਕਰਨ ਲਈ ਉਹ ਆਦੀ ਗੱਲ ਨੂੰ ਕੁਝ ਇਤਿਹਾਸਕਾਰ ਕਹਿੰਦੇ ਨੇ, ਉਹ ਪਹਿਲੀ ਗੱਲ ਕਹਿੰਦੇ ਨੇ ਹਿੰਦੂ ਦੇਵੀ ਦੇਵਤਿਆਂ ਦੇ ਪੂਜਾ ਦਾ ਵਿਰੋਧ। ਗੁਰੂ ਨਾਨਕ ਦੇਵ ਜੀ ਨੇ ਹਿੰਦੂ ਦੇਵੀ ਦੇਵਤਿਆਂ ਤੇ ਅਵਤਾਰਾਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ, ਵਿਰੋਧ ਕੀਤਾ ਹੈ। ਹੁਣ ਜਿਹੜੇ ਅਵਤਾਰ ਹੋਏ ਨੇ ਹਿੰਦੂ ਧਰਮ ਦੇ ਵਿੱਚ, ਜਿਨ੍ਹਾਂ ਨੂੰ ਲੋਕ ਅਵਤਾਰ ਕਹਿੰਦੇ ਨੇ, ਬ੍ਰਹਮਾ, ਵਿਸ਼ਨੂੰ, ਸ਼ਿਵ, ਰਾਮ, ਕ੍ਰਿਸ਼ਨ, ਦੁਰਗਾ, ਲਕਸ਼ਮੀ, ਇਹ ਸਾਰੇ ਅਵਤਾਰ ਮੰਨੇ ਗਏ ਨੇ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਜਿਹੜੇ ਅਵਤਾਰ ਨੇ ਇਹ ਪਰਮਾਤਮਾ ਦੇ ਅਸਲ 'ਚ ਕੌਣ ਨੇ? ਦਾਸ ਨੇ, ਪਰਮਾਤਮਾ ਦੇ ਬਰਾਬਰ ਕਦੇ ਨਹੀਂ ਹੋ ਸਕਦੇ। ਗੁਰੂ ਨਾਨਕ ਦੇਵ ਜੀ ਦਾ ਕਹਿਣਾ ਸੀ ਪਰਮਾਤਮਾ ਕਦੇ ਵੀ ਸੰਸਾਰ ਵਿੱਚ ਮਨੁੱਖ ਰੂਪ 'ਚ ਅਵਤਾਰ ਨਹੀਂ ਧਾਰਦਾ। ਤਾਂ ਪਹਿਲੀ ਗੱਲ, ਕਿਉਂਕਿ ਉਸ ਵੇਲੇ ਹਿੰਦੂ ਦੇਵੀ ਦੇਵਤਿਆਂ ਨੂੰ ਹੀ ਪਰਮਾਤਮਾ ਸਮਝਿਆ ਜਾਂਦਾ ਸੀ ਔਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪਰਮਾਤਮਾ ਮੰਨਣ ਤੋਂ ਮਨਾ ਕਰ ਦਿੱਤਾ। ਤਾਂ ਗੁਰੂ ਨਾਨਕ ਦੇਵ ਜੀ ਕੌਣ ਹੋਏ? ਇੱਕ ਕ੍ਰਾਂਤੀਕਾਰੀ ਹੋਏ। ਇਹ ਮੇਜਰ ਚੇਂਜ ਦੀ ਗੱਲ ਸੀ, ਇਹ ਕੋਈ ਸਿੰਪਲ ਜੀ ਗੱਲ ਨਹੀਂ ਸੀ। ਤਾਂ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਕ੍ਰਾਂਤੀਕਾਰੀ ਕਿਹਾ ਜਾ ਸਕਦਾ। ਦੂਸਰੀ ਗੱਲ, ਗੁਰੂ ਨਾਨਕ ਦੇਵ ਜੀ ਮੂਰਤੀ ਪੂਜਾ ਦਾ ਕੱਟੜ ਵਿਰੋਧੀ ਸਨ। ਔਰ ਉਸ ਵੇਲੇ ਹਿੰਦੂ ਧਰਮ 'ਚ ਕੀ ਸੀ? ਦੇਵੀ ਦੇਵਤਿਆਵਾਂ ਦੀਆਂ ਕਿਉਂਕਿ ਉਹਨਾਂ ਨੂੰ ਅਵਤਾਰ ਮੰਨਿਆ ਜਾਂਦਾ ਸੀ ਔਰ ਅਵਤਾਰਾਂ ਨੂੰ ਪਰਮਾਤਮਾ ਦੇ ਸਮਾਨ ਸੀ। ਔਰ ਇਹ ਜਿਹੜਾ ਮੂਰਤੀ ਪੂਜਾ ਦਾ ਸਿਸਟਮ ਸੀ, ਇਹ ਹਿੰਦੂ ਧਰਮ ਦਾ ਮੁੱਖ ਅੰਗ ਜਿਹੜਾ ਹੈ ਉਹ ਬਣ ਗਈ ਸੀ। ਔਰ ਅਲੱਗ-ਅਲੱਗ ਦੇਵੀ ਦੇਵਤਾਵਾਂ ਦੀ ਸਜਾ ਕੇ ਮੂਰਤੀਆਂ ਬਣਾ ਕੇ ਉਹਨਾਂ ਨੂੰ ਮੰਦਿਰਾਂ 'ਚ ਰੱਖਿਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਪਰਮਾਤਮਾ ਦਾ ਅਪਮਾਨ ਹੈ। ਪਰਮਾਤਮਾ ਦੇ ਦਾਸ ਉਹਨਾਂ ਨੇ ਅਵਤਾਰਾਂ ਨੂੰ ਕਿਹਾ। ਉਹ ਕਹਿੰਦੇ ਦਾਸਾਂ ਦੀ ਪੂਜਾ ਹੋ ਰਹੀ ਹੈ ਔਰ ਪਰਮਾਤਮਾ ਦਾ ਇਹ ਕੀ ਹੈ? ਇਹ ਅਪਮਾਨ ਹੈ। ਕਿਉਂਕਿ ਉਹਨਾਂ ਦਾ ਕਹਿਣਾ ਸੀ ਪਰਮਾਤਮਾ ਕੀ ਹੈ? ਨਿਰਾਕਾਰ ਹੈ, ਉਸਦਾ ਤਾਂ ਕੋਈ ਆਕਾਰ ਹੀ ਨਹੀਂ ਹੈ, ਰੰਗ ਹੀ ਨਹੀਂ ਹੈ, ਰੂਪ ਹੀ ਨਹੀਂ ਹੈ। ਆਪਾਂ ਉਹਨਾਂ ਦੀ ਸਿੱਖਿਆਵਾਂ 'ਚ ਪਹਿਲਾਂ ਇਹ ਪੜ੍ਹਿਆ ਹੈ। ਤਾਂ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਹਿੰਦੂ ਧਰਮ 'ਚ ਚੱਲ ਰਹੀ ਜਿਹੜੀ ਵੱਡੀ ਇੱਕ ਰਵਾਇਤ ਸੀ ਮੂਰਤੀ ਪੂਜਾ, ਉਹਦਾ ਡਟ ਕੇ ਵਿਰੋਧ ਕੀਤਾ। ਇਸ ਕਰਕੇ ਗੁਰੂ ਨਾਨਕ ਦੇਵ ਜੀ ਕੌਣ ਹੋਏ? ਕ੍ਰਾਂਤੀਕਾਰੀ ਹੋਏ। ਤੀਸਰੀ ਗੱਲ, ਜਾਤੀ ਪ੍ਰਥਾ ਦਾ ਵਿਰੋਧ। ਗੁਰੂ ਨਾਨਕ ਦੇਵ ਜੀ ਨੇ ਹਿੰਦੂ ਧਰਮ ਦੀ ਜਾਤੀ ਪ੍ਰਥਾ ਦਾ ਡਟ ਕੇ ਵਿਰੋਧ ਕੀਤਾ। ਉਸ ਵੇਲੇ ਜਾਤੀ ਪ੍ਰਥਾ ਹਿੰਦੂ ਸਮਾਜ ਦਾ ਇੱਕ ਮੁੱਖ ਅੰਗ ਬਣੀ ਹੋਈ ਸੀ। ਲੇਕਿਨ ਜਾਤੀ ਪ੍ਰਥਾ 'ਚ ਕੀ ਸੀ? ਜਿਹੜੇ ਉੱਚੀ ਜਾਤੀ ਦੇ ਲੋਕ ਸੀ ਉਹ ਨੀਵੀਂ ਜਾਤੀ ਦੇ ਲੋਕ ਜਿਨ੍ਹਾਂ ਨੂੰ ਉਹ ਕਹਿੰਦੇ ਸੀ ਉਹਨਾਂ ਦਾ ਨਿਰਾਦਰ ਕਰਦੇ ਸੀ, ਉਹਨਾਂ 'ਤੇ ਅਤਿਆਚਾਰ ਕਰਦੇ ਸੀ। ਗੁਰੂ ਨਾਨਕ ਦੇਵ ਜੀ ਨੇ ਨਾ ਕੇਵਲ ਉਹਨਾਂ ਦਾ ਜ਼ੋਰਦਾਰ ਸ਼ਬਦਾਂ 'ਚ ਖੰਡਨ ਕੀਤਾ, ਵਿਰੋਧ ਕੀਤਾ, ਬਲਕਿ ਆਪਸੀ ਭਾਈਚਾਰੇ ਦਾ ਪ੍ਰਚਾਰ ਵੀ ਕੀਤਾ। ਗੁਰੂ ਨਾਨਕ ਦੇਵ ਜੀ ਨੇ ਸੰਗਤ ਤੇ ਪੰਗਤ ਸੰਸਥਾਵਾਂ ਦੀ ਸਥਾਪਨਾ ਕਰਕੇ ਜਾਤੀ ਪ੍ਰਥਾ 'ਤੇ ਇੱਕ ਤਕੜੀ ਸੱਟ ਵੀ ਮਾਰੀ। ਔਰ ਜਾਤੀ ਪਾਤੀ ਉਸ ਵੇਲੇ ਹਿੰਦੂ ਸਮਾਜ ਦਾ ਇੱਕ ਮੇਨ ਸੰਸਥਾ ਸੀ, ਮੁੱਖ ਅੰਗ ਸੀ। ਹੁਣ ਮੇਨ ਅੰਗ 'ਤੇ ਜਦੋਂ ਸੱਟ ਮਾਰੀ ਤਾਂ ਫਿਰ ਉਹ ਕੌਣ ਹੋਏ? ਹਾਂਜੀ, ਉਹ ਕ੍ਰਾਂਤੀਕਾਰੀ ਹੋਏ। ਚੌਥੀ ਗੱਲ, ਹਿੰਦੂ ਰੀਤੀ ਰਿਵਾਜ਼ਾਂ ਦੇ ਵਿਰੁੱਧ। ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਜਿਹੜੇ ਹਿੰਦੂ ਧਰਮ ਦੇ ਵਿੱਚ ਰੀਤੀ ਰਿਵਾਜ਼ ਚੱਲ ਰਹੇ ਸੀ ਉਹ ਕਿਹੜੇ-ਕਿਹੜੇ ਸੀ? ਤੀਰਥ ਯਾਤਰਾ ਦੀ ਯਾਤਰਾ ਕਰਨਾ, ਵਰਤ ਰੱਖਣਾ, ਪੱਥਰਾਂ, ਰੁੱਖਾਂ, ਸੱਪਾਂ ਆਦਿ ਦੀ ਪਾਠ ਪੂਜਾ ਕਰਨਾ, ਸੂਰਜ ਨੂੰ ਪਾਣੀ ਦੇਣਾ, ਜਨੇਊ ਧਾਰਨ ਕਰਨਾ, ਗੰਗਾ ਵਿੱਚ ਇਸ਼ਨਾਨ ਕਰਨਾ, ਕੰਨਾਂ ਵਿੱਚ ਮੁੰਦਰਾਂ ਪਾਉਣਾ, ਸਰੀਰ ਤੇ ਸੁਆਹ ਮਲਣਾ, ਮੱਥੇ ਤੇ ਟਿੱਕਾ ਲਗਾਉਣਾ, ਸ਼ੰਖ ਵਜਾਉਣਾ, ਬ੍ਰਾਹਮਣਾਂ ਨੂੰ ਭੋਜ ਆਦਿ ਕਰਾਉਣ ਦਾ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਜ਼ੋਰਦਾਰ ਸ਼ਬਦਾਂ 'ਚ ਉਹਦਾ ਕੀ ਕੀਤਾ ਹੈ? ਵਿਰੋਧ ਕੀਤਾ ਹੈ, ਖੰਡਨ ਕੀਤਾ ਹੈ। ਉਹਨਾਂ ਨੇ ਕਿਹਾ ਇਹ ਗਲਤ ਹੈ, ਐਸਾ ਕਰਨ ਨਾਲ ਕੋਈ ਮੁਕਤੀ ਦਾ ਸਾਧਨ ਨਹੀਂ ਮਿਲ ਸਕਦਾ, ਕੋਈ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਉਹ ਨਹੀਂ ਹੋ ਸਕਦੀ। ਤਾਂ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਸਾਰੀਆਂ ਰਸਮਾਂ ਨੂੰ ਤਿਆਗਣ ਦਾ ਪ੍ਰਚਾਰ ਕੀਤਾ। ਔਰ ਡਾਕਟਰ JS ਗਰੇਵਾਲ ਕੀ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਬਾਰੇ? ਗੁਰੂ ਨਾਨਕ ਦੇਵ ਜੀ ਹਿੰਦੂਆਂ ਦੇ ਰਵਾਇਤੀ ਰੀਤੀ ਰਿਵਾਜ਼ਾਂ ਅਤੇ ਇਸ ਨਾਲ ਜੁੜੇ ਸਨਮਾਨਾਂ ਨਾਲ ਕੋਈ ਹਮਦਰਦੀ ਨਹੀਂ ਰੱਖਦੇ ਸਨ। ਉਹ ਇਹਨਾਂ ਨੂੰ ਬਦਲਣਾ ਚਾਹੁੰਦੇ ਸਨ ਔਰ ਬਦਲਾਵ ਕ੍ਰਾਂਤੀਕਾਰੀ ਤਰੀਕੇ ਨਾਲ ਕਰਨਾ ਚਾਹੁੰਦੇ ਸਨ। ਇਸ ਕਰਕੇ ਗੁਰੂ ਨਾਨਕ ਦੇਵ ਜੀ ਕੀ ਹੋਏ? ਕ੍ਰਾਂਤੀਕਾਰੀ ਹੋਏ। ਪੰਜਵੀਂ ਜਿਹੜੀ ਗੱਲ ਉਹਨਾਂ ਨੇ ਕਹੀ ਹੈ, ਤਿਆਗ ਦਾ ਵਿਰੋਧ। ਹਿੰਦੂ ਧਰਮ ਵਿੱਚ ਉਸ ਵੇਲੇ ਜਿਹੜਾ ਮੰਨਿਆ ਜਾਂਦਾ ਸੀ ਉਹ ਇਹ ਸੀ ਕਿ ਪਰਮਾਤਮਾ ਕਿਵੇਂ ਮਿਲ ਸਕਦਾ ਹੈ? ਪਰਮਾਤਮਾ ਬਈ ਜੰਗਲਾਂ 'ਚ ਜਾਣਾ ਪਏਗਾ ਔਰ ਜੰਗਲਾਂ ਜਾਣ ਲਈ ਨੈਚੁਰਲ ਹੈ, ਪਰਿਵਾਰ ਨੂੰ ਛੱਡਣਾ ਪਏਗਾ, ਯਾਨੀ ਗ੍ਰਸਤ ਜੀਵਨ ਦਾ ਤਿਆਗ ਕਰਨਾ ਪਏਗਾ। ਉੱਥੇ ਜਾ ਕੇ ਕੀ ਕਰਨਾ ਹੈ? ਉੱਥੇ ਜਾ ਕੇ ਘੋਰ ਤਪੱਸਿਆ ਕਰਨੀ ਹੈ। ਘੋਰ ਤਪੱਸਿਆ ਮਤਲਬ ਸਰੀਰ ਨੂੰ ਕਸ਼ਟ ਦੇਣੇ ਨੇ। ਗਰਮੀਆਂ ਦੇ ਵਿੱਚ ਧੁੱਪ 'ਚ ਖੜੇ ਹੋ ਕੇ ਤਪੱਸਿਆ ਕਰਨੀ ਹੈ, ਸਰਦੀਆਂ ਦੇ ਵਿੱਚ ਛਾਂ ਦੇ ਵਿੱਚ ਤਪੱਸਿਆ ਕਰਨੀ ਹੈ, ਯਾਨੀ ਸਰੀਰ ਨੂੰ ਵੱਧ ਤੋਂ ਵੱਧ ਕਸ਼ਟ ਦਿਓ, ਉਹਦਾ ਮਤਲਬ ਤਪੱਸਿਆ। ਔਰ ਉਸ ਦੇ ਨਾਲ ਕੀ ਹੋਏਗਾ? ਪਰਮਾਤਮਾ ਦੀ ਪ੍ਰਾਪਤੀ ਯਾਨੀ ਕਿ ਮੁਕਤੀ ਮਿਲ ਸਕਦੀ ਹੈ ਇਸ ਮੋਹ ਮਾਇਆ ਤੋਂ। ਤਾਂ ਗੁਰੂ ਨਾਨਕ ਦੇਵ ਜੀ ਨੇ ਆਪਦੇ ਭਗਤਾਂ ਨੂੰ ਕੀ ਕਿਹਾ? ਅੰਜਨ ਮਾਨ ਨਿਰੰਜਨ ਰਹੀਏ। ਉਹਨਾਂ ਨੇ ਕਿਹਾ ਜਿਵੇਂ ਸੰਸਾਰ ਦੇ ਵਿੱਚ ਕਿਵੇਂ ਰਹਿਣਾ ਚਾਹੀਦਾ? ਜਿਵੇਂ ਕੀਚੜ ਦੇ ਵਿੱਚ ਕਮਲ ਰਹਿੰਦਾ ਹੈ। ਅਪਵਿੱਤਰਤਾਵਾਂ ਦੇ ਵਿੱਚ ਰਹਿੰਦੇ ਹੋਏ, ਗ੍ਰਸਤ ਜੀਵਨ ਦੀ ਪਾਲਣਾ ਕਰਦੇ ਹੋਏ, ਸਦਾਚਾਰੀ ਜੀਵਨ ਦੀ ਪਾਲਣਾ ਕਰਦੇ ਹੋਏ
ਪਰਮਾਤਮਾ ਨੂੰ ਕਹਿੰਦੇ ਨੇ ਪ੍ਰਾਪਤ ਕੀਤਾ ਜਾ ਸਕਦਾ ਹੈ। ਉਹਦੇ ਲਈ ਤਿਆਗ ਕਰਨ ਦੀ ਜ਼ਰੂਰਤ ਨਹੀਂ, ਸ਼ੁਭ ਕਰਮਾਂ ਦੀ ਜ਼ਰੂਰਤ ਹੈ। ਗੁਰੂ ਨਾਨਕ ਦੇਵ ਜੀ ਨੇ ਇਹ ਕਿਹਾ, ਇਸ ਕਰਕੇ ਉਹਨਾਂ ਨੇ ਇਸ ਤਿਆਗ ਦਾ ਜਿਹੜਾ ਵੱਡਾ ਸਿਧਾਂਤ ਸੀ ਹਿੰਦੂ ਧਰਮ 'ਚ ਉਹਦਾ ਵਿਰੋਧ ਕਰਕੇ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ। 6ਵੀਂ ਗੱਲ ਗੁਰੂ ਨਾਨਕ ਦੇਵ ਜੀ ਜਿਹੜੀ ਕਹਿੰਦੇ ਨੇ ਜਿਸ ਆਧਾਰ ਤੇ ਉਹਨਾਂ ਨੂੰ ਕ੍ਰਾਂਤੀਕਾਰੀ ਕਿਹਾ ਜਾ ਸਕਦਾ, ਉਹ ਕਿਹੜੀ ਸੀ? ਵੇਦਾਂ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਅਵਿਸ਼ਵਾਸ। ਉਸ ਵੇਲੇ ਹੁਣ ਕੀ ਮੰਨਿਆ ਜਾਂਦਾ ਸੀ ਹਿੰਦੂ ਧਰਮ ਵਿੱਚ ਕਿ ਬਈ ਜਿਹੜਾ ਇਹਨਾਂ ਵੇਦਾਂ, ਗ੍ਰੰਥਾਂ, ਸ਼ਾਸਤਰਾਂ, ਪੁਰਾਣਾਂ ਆਦਿ ਦਾ ਅਧਿਐਨ ਕਰ ਲੈਂਦਾ ਹੈ ਉਹ ਮੁਕਤ ਹੋ ਜਾਂਦਾ ਹੈ। ਜਿਹਨੂੰ ਸੰਸਕ੍ਰਿਤ ਆਉਂਦੀ ਹੈ, ਕਿਉਂਕਿ ਇਹ ਸਾਰੇ ਸੰਸਕ੍ਰਿਤ ਦੇ ਵਿੱਚ ਲਿਖੇ ਹੋਏ ਸੀ, ਤਾਂ ਸੰਸਕ੍ਰਿਤ ਆਏਗੀ ਤਾਂ ਇਹ ਸਾਰੇ ਪੜ੍ਹ ਲਏਗਾ, ਔਰ ਜਿਹੜਾ ਪੜ੍ਹ ਲਏਗਾ ਉਹ ਮੁਕਤ ਹੋ ਜਾਏਗਾ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸਿਰਫ ਪੜ੍ਹਨ ਨਾਲ, ਕਿਤਾਬੀ ਗਿਆਨ ਪ੍ਰਾਪਤ ਕਰਨ ਨਾਲ ਸਿਰਫ ਹੰਕਾਰ ਪੈਦਾ ਹੁੰਦਾ ਹੈ ਮਨ 'ਚ, ਮੁਕਤੀ ਦਾ ਰਸਤਾ ਕਦੇ ਵੀ ਨਹੀਂ ਖੁੱਲ੍ਹਦਾ। ਔਰ ਸੰਸਕ੍ਰਿਤ ਭਾਸ਼ਾ ਦੀ ਪਵਿੱਤਰਤਾ ਤੋਂ ਵੀ ਗੁਰੂ ਨਾਨਕ ਦੇਵ ਜੀ ਨੇ ਇਨਕਾਰ ਕੀਤਾ, ਔਰ ਇਸੇ ਕਰਕੇ ਉਹਨਾਂ ਨੇ ਸਧਾਰਨ ਭਾਸ਼ਾ ਜਿਹੜੀ ਉਸ ਵੇਲੇ ਪੰਜਾਬੀ ਭਾਸ਼ਾ ਸੀ, ਲੋਕ ਭਾਸ਼ਾ, ਉਹਦੇ ਵਿੱਚ ਆਪਦੇ ਜਿਹੜੇ ਸਿੱਖਿਆਵਾਂ ਦਾ ਪ੍ਰਚਾਰ ਜਿਹੜਾ ਹੈ ਉਹ ਕੀਤਾ। ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਸੰਸਕ੍ਰਿਤ ਭਾਸ਼ਾ ਔਰ ਵੇਦਾਂ ਵਿੱਚ ਅਵਿਸ਼ਵਾਸ ਦਿਖਾ ਕੇ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਸੀ। ਇਸ ਕਰਕੇ ਉਹਨਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ ਜੀ? ਕ੍ਰਾਂਤੀਕਾਰੀ ਕਵਾਂਗੇ। 7ਵੀਂ ਗੱਲ ਜਿਹੜੀ ਉਹਨਾਂ ਨੇ ਕਹੀ, ਨਵੀਆਂ ਸੰਸਥਾਵਾਂ ਦੀ ਸਥਾਪਨਾ। ਗੁਰੂ ਨਾਨਕ ਦੇਵ ਜੀ ਨੇ ਸੰਗਤ, ਪੰਗਤ ਅਤੇ ਗੁਰੂ ਗੱਦੀ ਨੂੰ ਕਾਇਮ ਕਰਨ ਦੀਆਂ ਨਵੀਆਂ ਸੰਸਥਾਵਾਂ ਦੀ ਸ਼ੁਰੂਆਤ ਕੀਤੀ। ਸੰਗਤ ਵਿੱਚ ਗੁਰੂ ਦਾ ਉਪਦੇਸ਼ ਸੁਣਨ ਲਈ ਸੰਗਤ ਆਉਂਦੀ ਸੀ, ਉਹਨੂੰ ਸੰਗਤ ਪ੍ਰਥਾ ਕਿਹਾ ਗਿਆ। ਪੰਗਤ ਭਾਵ ਇੱਕ ਪੰਕਤੀ ਦੇ ਵਿੱਚ ਬੈਠ ਕੇ ਲੰਗਰ ਛਕਦੇ ਸੀ ਲੋਕ, ਬਿਨਾਂ ਜਾਤੀ ਪਾਤੀ, ਬਿਨਾਂ ਭੇਦਭਾਵ ਦੇ ਉਹਦੇ 'ਚ ਬੈਠਦੇ ਸੀ। ਔਰ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਗੁਰੂ ਗੱਦੀ ਦਾ ਉੱਤਰਾਧਿਕਾਰੀ ਬਣਾ ਕੇ ਗੁਰੂ ਗੱਦੀ ਦੀ ਇੱਕ ਨਵੀਂ ਸੰਸਥਾ ਕਾਇਮ ਕਰ ਦਿੱਤੀ। ਇਹ ਸੰਸਥਾਵਾਂ ਉਸ ਵੇਲੇ ਕ੍ਰਾਂਤੀਕਾਰੀ ਸਿੱਧ ਹੋਈਆਂ, ਇਸ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਕੀ ਕਹਿ ਸਕਦੇ ਹਾਂ ਜੀ? ਕ੍ਰਾਂਤੀਕਾਰੀ ਕਹਿ ਸਕਦੇ ਹਾਂ। ਔਰ ਇੱਕ ਹੋਰ ਚੀਜ਼ ਜਿਹੜੀ ਗੁਰੂ ਨਾਨਕ ਦੇਵ ਜੀ ਨੂੰ ਕ੍ਰਾਂਤੀਕਾਰੀ ਸਿੱਧ ਕਰਨ ਲਈ ਕਹੀ ਗਈ, ਉਹ ਇਹ ਸੀ ਰਾਜਸੀ ਜਬਰਾਂ ਵਿਰੁੱਧ ਆਵਾਜ਼। ਜਿਹੜੀ ਉਸ ਵੇਲੇ ਜਿੰਨੇ ਵੀ ਭਗਤੀ ਅੰਦੋਲਕ ਸੀਗੇ, ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਕਿਸੇ ਨੇ ਵੀ ਰਾਜਿਆਂ ਦੇ ਖਿਲਾਫ ਆਵਾਜ਼ ਨਹੀਂ ਚੁੱਕੀ, ਲੇਕਿਨ ਗੁਰੂ ਨਾਨਕ ਦੇਵ ਜੀ ਨੇ ਨਿਡਰਤਾ ਦਿਖਾਈ। ਉਹਨਾਂ ਨੇ ਰਾਜਿਆਂ ਦੇ ਖਿਲਾਫ ਆਵਾਜ਼ ਚੁੱਕੀ, ਉਹਨਾਂ ਨੇ ਰਾਜਿਆਂ ਨੂੰ ਕਸਾਈ ਅਤੇ ਉਹਨਾਂ ਦੇ ਕਰਮਚਾਰੀਆਂ ਨੂੰ ਕੁੱਤੇ ਕਹਿ ਕੇ ਪੁਕਾਰਿਆ। ਔਰ ਗੁਰੂ ਸਾਹਿਬ ਜੀ ਨੇ ਕਾਜ਼ੀਆਂ ਨੂੰ ਰਿਸ਼ਵਤਖੋਰ ਦੱਸਿਆ। ਬਾਬਰ ਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮਾਂ ਦਾ ਬੜਾ ਦਰਦਨਾਕ ਸ਼ਬਦਾਂ ਵਿੱਚ ਵਰਣਨ ਵੀ ਕੀਤਾ ਹੈ। ਤਾਂ ਇਹ ਸਾਰੀ ਗੱਲਾਂ ਉਹਨਾਂ ਨੂੰ ਕੀ ਸਿੱਧ ਕਰਦੀਆਂ ਨੇ? ਕੀ ਸਿੱਧ ਕਰਦੀਆਂ? ਹਾਂਜੀ, ਉਹ ਕ੍ਰਾਂਤੀਕਾਰੀ ਸਨ। ਤਾਂ ਇਹ ਗੱਲਾਂ ਆਪਾਂ ਕਹਿ ਸਕਦੇ ਹਾਂ ਜਿਹੜਾ ਗੁਰੂ ਨਾਨਕ ਦੇਵ ਜੀ ਨੂੰ ਕ੍ਰਾਂਤੀਕਾਰੀ ਸਿੱਧ ਕਰਦੀਆਂ ਨੇ। ਇਹ ਤਾਂ ਸੀ ਇੱਕ ਪੱਖ। ਹੁਣ ਦੂਸਰੇ ਪੱਖ ਦੀ ਗੱਲ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਇੱਕ ਸੁਧਾਰਕ ਸਨ। ਹੁਣ ਕਈ ਇਤਿਹਾਸਕਾਰ ਜਿਹੜੇ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਕ੍ਰਾਂਤੀਕਾਰੀ ਨਹੀਂ ਸਨ, ਬਲਕਿ ਇੱਕ ਸੁਧਾਰਕ ਸਨ। ਹੁਣ ਹਿੰਦੂ ਦੇਵੀ ਦੇਵਤਿਆਂ ਦਾ ਅਵਤਾਰਾਂ ਦਾ ਨਿਰਾਦਰ ਨਹੀਂ ਕੀਤਾ। ਉਹ ਆਪਦੀ ਗੱਲ ਨੂੰ ਸਿੱਧ ਕਰਨ ਜਿਹੜੀ ਪਹਿਲਾ ਤਰਕ ਜਿਹੜਾ ਹੈ ਉਹ ਦਿੰਦੇ ਹੈ। ਹੁਣ ਇੱਥੇ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹਾਂਗਾ ਬੱਚੇ, ਕਿ ਜੋ ਆਪਾਂ ਪਹਿਲਾਂ ਪੁਆਇੰਟ ਪੜ੍ਹੇ ਨੇ, ਬਿਲਕੁਲ ਉਹਨਾਂ ਪੁਆਇੰਟਾਂ ਦੇ ਆਧਾਰ 'ਤੇ ਹੀ ਆਪਾਂ ਗੁਰੂ ਨਾਨਕ ਦੇਵ ਜੀ ਨੂੰ ਇੱਕ ਸੁਧਾਰਕ ਦੇ ਰੂਪ ਵਿੱਚ ਤਰਕ ਜਿਹੜੇ ਨੇ ਇਤਿਹਾਸਕਾਰਾਂ ਨੇ ਦਿੱਤੇ ਨੇ, ਉਹਨਾਂ ਨੂੰ ਸਿੱਧ ਕਰਾਂਗੇ। ਲੇਕਿਨ ਦੇਖਣ ਦਾ ਨਜ਼ਰੀਆ ਅਲੱਗ ਹੈ। ਹੁਣ ਪਹਿਲੇ ਆਪਾਂ ਪੜ੍ਹਿਆ ਹਿੰਦੂ ਦੇਵੀ ਦੇਵਤਾਵਾਂ ਦੀ ਪੂਜਾ ਦਾ ਵਿਰੋਧ, ਇੱਥੇ ਆਪਾਂ ਪੜ੍ਹਾਂਗੇ ਹਿੰਦੂ ਦੇਵਤਿਆਂ ਅਤੇ ਅਵਤਾਰਾਂ ਦਾ ਨਿਰਾਦਰ ਨਹੀਂ। ਯਾਨੀ ਉਸ ਚੀਜ਼ ਨੂੰ ਦੇਖਣ ਦਾ ਇੱਕ ਅਲੱਗ ਨਜ਼ਰੀਆ ਸੀ। ਹੁਣ ਦੂਸਰੇ ਨਜ਼ਰੀਏ ਨਾਲ ਆਪਾਂ ਉਸੇ ਗੱਲਾਂ ਨੂੰ ਦੇਖਾਂਗੇ। ਕਿਵੇਂ? ਥੋੜ੍ਹਾ ਜਿਹਾ ਮੈਂ ਸਪਸ਼ਟ ਕਰਦਾ। ਹਿੰਦੂ ਦੇਵਤਿਆਂ ਅਤੇ ਅਵਤਾਰਾਂ ਦਾ ਨਿਰਾਦਰ ਨਹੀਂ। ਹੁਣ ਇਹ ਇਤਿਹਾਸਕਾਰ ਜਿਹੜੇ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਇੱਕ ਸੁਧਾਰਕ ਸਨ, ਉਹਨਾਂ ਨੇ ਕਿਹਾ ਗੁਰੂ ਨਾਨਕ ਦੇਵ ਜੀ ਨੇ ਅਵਤਾਰਵਾਦ ਦਾ, ਹਿੰਦੂ ਦੇਵੀ ਦੇਵਤਿਆਂ ਦਾ ਵਿਰੋਧ ਤਾਂ ਕੀਤਾ ਹੈ, ਲੇਕਿਨ ਵਿਰੋਧ ਕਿਸ ਗੱਲ ਦਾ? ਕਿ ਉਹ ਪਰਮਾਤਮਾ ਦੇ ਸਮਾਨ ਨਹੀਂ ਹਨ। ਲੇਕਿਨ ਉਹਨਾਂ ਨੇ ਕਿਸੇ ਵੀ ਦੇਵੀ ਦੇਵਤਾ ਜਾਂ ਅਵਤਾਰ ਦਾ ਨਿਰਾਦਰ ਨਹੀਂ ਕੀਤਾ। ਉਹ ਸਿਰਫ ਇਹੀ ਕਹਿਣਾ ਚਾਹੁੰਦੇ ਸਨ, ਲੋਕਾਂ ਨੂੰ ਸਮਝਾਉਣਾ ਚਾਹੁੰਦੇ ਸਨ ਕਿ ਪਰਮਾਤਮਾ ਔਰ ਦੇਵੀ ਦੇਵਤਿਆਂ 'ਚ ਅੰਤਰ ਹੈ। ਪਰਮਾਤਮਾ ਵੱਡਾ ਹੈ ਔਰ ਦੇਵੀ ਦੇਵਤੇ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ। ਤਾਂ ਉਹਨਾਂ ਨੂੰ ਪਰਮਾਤਮਾ ਸਮਝ ਕੇ ਉਹਨਾਂ ਦੀ ਪਾਠ ਪੂਜਾ ਨਹੀਂ ਹੋਣੀ ਚਾਹੀਦੀ। ਇਸ ਕਰਕੇ ਉਹ ਸੁਧਾਰ ਕਰਨਾ ਚਾਹੁੰਦੇ ਸਨ। ਜਿਹੜੇ ਲੋਕ ਉਸ ਵੇਲੇ ਮੰਨਣ ਲੱਗ ਗਏ ਸੀ ਕਿ ਬਈ ਦੇਵੀ ਦੇਵਤਾ ਔਰ ਅਵਤਾਰ ਜਿਹੜੇ ਹੁੰਦੇ ਨੇ ਉਹੀ ਪਰਮਾਤਮਾ ਹੁੰਦੇ ਨੇ, ਲੇਕਿਨ ਉਹਨਾਂ ਨੇ ਕਿਹਾ ਵਾਸਤਵਿਕਤਾ ਇਹ ਨਹੀਂ ਹੈ। ਇਸ ਕਰਕੇ ਉਹ ਸੁਧਾਰ ਕਰਨਾ ਚਾਹੁੰਦੇ ਸਨ। ਦੂਸਰੀ ਗੱਲ, ਜਾਤੀ ਅਭਿਮਾਨ ਦਾ ਖੰਡਨ। ਹੁਣ ਇਹ ਵੀ ਇੱਕ ਦੂਸਰੇ ਐਂਗਲ ਨਾਲ ਚੀਜ਼ ਨੂੰ ਦੇਖਾਂਗੇ। ਪਿੱਛੇ ਆਪਾਂ ਪੜ੍ਹਿਆ ਜਾਤੀ ਪ੍ਰਥਾ ਦਾ ਵਿਰੋਧ, ਇੱਥੇ ਜਾਤੀ ਅਭਿਮਾਨ ਦਾ ਖੰਡਨ। ਹੁਣ ਇਹ ਇਤਿਹਾਸਕਾਰ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਨੇ ਜਾਤੀ ਪ੍ਰਥਾ ਦਾ ਖੰਡਨ ਨਹੀਂ ਕੀਤਾ, ਬਲਕਿ ਜਾਤੀ ਪ੍ਰਥਾ ਤੋਂ ਪੈਦਾ ਹੋਣ ਵਾਲਾ ਜੋ ਅਭਿਮਾਨ ਹੈ ਕਿ ਬਈ ਹਾਂ ਮੈਂ ਵੱਡੀ ਜਾਤੀ ਦਾ,
ਔਰ ਦੂਸਰੇ ਨੂੰ ਆਪਦੇ ਤੋਂ ਛੋਟਾ ਮੰਨਣਾ। ਉਹਨਾਂ ਨੇ ਇਸ ਅਭਿਮਾਨ ਦਾ, ਇਸ ਹੰਕਾਰ ਦਾ ਵਿਰੋਧ ਕੀਤਾ ਹੈ। ਉਹਨਾਂ ਨੇ ਪਹਿਲਾਂ ਭਗਤ ਕਬੀਰ ਦੀ ਜਾਤੀ ਪ੍ਰਥਾ, ਉਹਨਾਂ ਤੋਂ ਪਹਿਲਾਂ ਯਾਨੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਇੱਕ ਹੋਰ ਭਗਤ ਕਬੀਰ ਦਾ ਨਾਮ ਆਪਾਂ ਸਾਰਿਆਂ ਨੇ ਸੁਣਿਆ ਹੋਇਆ ਹੈ, ਬਹੁਤ ਵੱਡੇ ਸੁਧਾਰਕ ਹੋਏ ਨੇ, ਉਹ ਵੀ ਭਗਤੀ ਅੰਦੋਲਕ ਹੋਏ ਨੇ। ਤਾਂ ਜਾਤੀ ਪ੍ਰਥਾ ਦਾ ਉਹਨਾਂ ਨੇ ਵੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਸੀ। ਤਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨਾਲੋਂ, ਇਹ ਇਤਿਹਾਸਕਾਰ ਕਹਿੰਦੇ ਨੇ, ਹਲਕਾ ਵਿਰੋਧ ਕੀਤਾ ਸੀ। ਇਸੇ ਕਰਕੇ ਜਿਹੜੇ ਉੱਚ ਜਾਤੀ ਦੇ ਹਿੰਦੂ ਸੀ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਵਿਰੋਧ ਨਹੀਂ ਕੀਤਾ। ਅਗਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾ ਤਕੜਾ ਵਿਰੋਧ ਕੀਤਾ ਹੁੰਦਾ ਤਾਂ ਉਹ ਵੀ ਗੁਰੂ ਨਾਨਕ ਦੇਵ ਜੀ ਦਾ ਵਿਰੋਧ ਕਰਦੇ। ਲੇਕਿਨ ਇਹ ਇਤਿਹਾਸਕਾਰ ਕਹਿੰਦੇ ਨੇ ਐਸਾ ਕੁਛ ਵੀ ਨਹੀਂ ਹੋਇਆ। ਇਹਦਾ ਮਤਲਬ ਹੈ ਗੁਰੂ ਸਾਹਿਬ ਨੇ ਜਾਤੀ ਪ੍ਰਥਾ ਦਾ ਨਹੀਂ ਬਲਕਿ ਜਾਤੀ ਅਭਿਮਾਨ ਦਾ ਖੰਡਨ ਕੀਤਾ ਸੀ। ਯਾਨੀ ਉਹ ਕੀ ਕਰਨਾ ਚਾਹੁੰਦੇ ਸਨ? ਸੁਧਾਰ। ਇਸ ਕਰਕੇ ਉਹ ਕੌਣ ਹੋਏ? ਸੁਧਾਰਕ। ਤੀਸਰੀ ਗੱਲ, ਹਿੰਦੂ ਰੀਤੀ ਰਿਵਾਜ਼ਾਂ ਦਾ ਵਿਰੋਧ ਨਹੀਂ। ਹੁਣ ਰੀਤੀ ਰਿਵਾਜ ਕਿਹੜੇ ਸੀ? ਵਰਤ ਰੱਖਣਾ, ਆਪਾਂ ਪਿੱਛੇ ਵੀ ਪੜ੍ਹਿਆ, ਤੀਰਥ ਸਥਾਨਾਂ ਦੀ ਯਾਤਰਾ ਕਰਨੀ, ਤਿਆਗ ਕਰਨਾ, ਸੂਰਜ ਨੂੰ ਪਾਣੀ ਦੇਣਾ, ਬ੍ਰਾਹਮਣਾਂ ਨੂੰ ਦਾਨ ਦੇਣਾ, ਭੋਜ ਕਰਾਉਣਾ, ਗੰਗਾ ਵਿੱਚ ਇਸ਼ਨਾਨ ਕਰਨਾ ਆਦਿ। ਉਹਨਾਂ ਕਹਿੰਦੇ ਇਹਨਾਂ ਦਾ ਖੰਡਨ ਨਹੀਂ ਕੀਤਾ, ਬਲਕਿ ਇਹ ਕਿਹਾ ਜਿਹੜਾ ਸਿਰਫ ਇਹੀ ਕਰਨਾ ਜਾਣਦਾ ਹੈ ਔਰ ਸੱਚੇ ਮਨ ਨਾਲ ਪਰਮਾਤਮਾ ਦੀ ਭਗਤੀ ਨਹੀਂ ਕਰਦਾ, ਉਸ ਨੂੰ ਪਰਮਾਤਮਾ ਜਾਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਬਲਕਿ ਉਹਨਾਂ ਨੇ ਨਹੀਂ ਕਿਹਾ ਕਿ ਇਹ ਕਰਨੇ ਨਹੀਂ ਚਾਹੀਦੇ। ਇੱਥੇ ਡਾਕਟਰ I.B. ਬਨਰਜੀ ਜਿਹੜੇ ਨੇ ਉਹ ਕੀ ਕਹਿੰਦੇ ਨੇ? ਗੁਰੂ ਨਾਨਕ ਨੇ ਪੁਰਾਣੀਆਂ ਰਵਾਇਤਾਂ ਦੇ ਨਾਸ਼ ਦਾ ਯਤਨ ਨਹੀਂ ਕੀਤਾ, ਸਗੋਂ ਵੱਧ ਰਹੀ ਸਮੇਂ ਦੀ ਜ਼ਰੂਰਤ ਅਨੁਸਾਰ ਉਹਨਾਂ 'ਚ ਸੁਧਾਰ ਕੀਤਾ। ਇਸ ਕਰਕੇ ਉਹ ਕੌਣ ਹੋਏ? ਸੁਧਾਰਕ ਹੋਏ। ਚੌਥੀ ਗੱਲ, ਧਾਰਮਿਕ ਗ੍ਰੰਥਾਂ ਦੀ ਨਿੰਦਾ ਨਹੀਂ ਕੀਤੀ। ਗੁਰੂ ਨਾਨਕ ਦੇਵ ਜੀ ਨੇ ਹਿੰਦੂ ਧਰਮ ਦੇ ਜਿੰਨੇ ਵੀ ਗ੍ਰੰਥ ਸੀ, ਵੇਦ, ਪੁਰਾਣ, ਰਾਮਾਇਣ, ਉਹ ਸਾਰਿਆਂ ਦੀ ਕਿਸੇ ਦੀ ਨਿੰਦਾ ਨਹੀਂ ਕੀਤੀ। ਲੇਕਿਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਸਿਰਫ ਇਹ ਪੜ੍ਹ ਲੈਣ ਨਾਲ, ਕਿਉਂਕਿ ਲੋਕ ਉਸ ਵੇਲੇ ਕੀ ਮੰਨਦੇ ਸੀ ਵੀ ਇਹਨਾਂ ਨੂੰ ਪੜ੍ਹ ਲਓ, ਇਹਨਾਂ ਨੂੰ ਰੱਟਾ ਮਾਰ ਲਓ ਤਾਂ ਮੁਕਤੀ ਮਿਲ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਵਾਸਤਵ 'ਚ ਇਹਨਾਂ ਨੂੰ ਸਿਰਫ ਪੜ੍ਹ ਲੈਣ ਨਾਲ, ਕਿਤਾਬੀ ਗਿਆਨ ਨਾਲ ਹੀ ਕਿਸੇ ਨੂੰ ਵੀ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਉਹਨਾਂ ਨੇ ਇਹਨਾਂ ਗ੍ਰੰਥਾਂ ਦੇ ਵਿੱਚ ਜਿਹੜਾ ਗਿਆਨ ਲਿਖਿਆ ਹੈ ਉਹਦੇ 'ਤੇ ਸਵਾਲ ਨਹੀਂ ਉਠਾਇਆ, ਬਲਕਿ ਇਸ ਦੇ ਤੋਂ ਜੋ ਮੁਕਤੀ ਪ੍ਰਾਪਤ ਕਰਨ ਦਾ ਇਹਨੂੰ ਜਰੀਆ ਸਮਝ ਲਿਆ ਗਿਆ ਸੀ ਵੀ ਰੱਟਾ ਮਾਰ ਕੇ ਹੋ ਸਕਦਾ, ਉਹਦਾ ਵਿਰੋਧ ਕੀਤਾ। ਇਸ ਲਈ ਉਹ ਸੁਧਾਰ ਕਰਨਾ ਚਾਹੁੰਦੇ ਸਨ। ਪੰਜਵੀਂ ਗੱਲ, ਉਹਨਾਂ ਨੇ ਜਿਹੜੀ ਗੱਲ ਉਹਨਾਂ ਨੂੰ ਸੁਧਾਰਕ ਸਿੱਧ ਕਰਦੀ ਉਹ ਹੈ ਹਿੰਦੂ ਧਰਮ ਦੇ ਬੁਨਿਆਦੀ ਅਸੂਲਾਂ ਦਾ ਵਿਰੋਧ ਗੁਰੂ ਨਾਨਕ ਦੇਵ ਜੀ ਨੇ ਨਹੀਂ ਕੀਤਾ। ਹੁਣ ਕਿਉਂਕਿ ਹਿੰਦੂ ਧਰਮ ਸਦੀਆਂ ਤੋਂ ਚੱਲਿਆ ਆ ਰਿਹਾ ਸੀ, ਉਹਦੇ ਮੌਲਿਕ ਕੁਝ ਸਿਧਾਂਤ ਸੀ। ਗੁਰੂ ਨਾਨਕ ਦੇਵ ਜੀ ਨੇ ਉਹੀ ਸਿਧਾਂਤ, ਇਹ ਇਤਿਹਾਸਕਾਰ ਕਹਿੰਦੇ ਨੇ, ਅਗਾਂਹ ਸਿੱਖ ਧਰਮ ਦੇ ਵਿੱਚ ਵੀ ਆ ਗਏ। ਉਹ ਕਿਹੜੇ ਸੀ? ਆਵਾਗਮਨ ਦਾ ਚੱਕਰ, ਯਾਨੀ ਕਿ ਜਿਵੇਂ ਆਪਾਂ ਕਹਿੰਦੇ ਆਤਮਾ ਅਮਰ ਹੈ, ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ। ਔਰ ਆਤਮਾ ਕਦੇ ਨਹੀਂ ਮਰਦੀ, ਸਰੀਰ ਮਰਦਾ ਹੈ, ਆਤਮਾ ਨਵਾਂ ਸਰੀਰ ਧਾਰਨ ਕਰ ਲੈਂਦੀ। ਕਰਮ ਦੇ ਆਧਾਰ 'ਤੇ ਹੀ ਸਾਨੂੰ ਨਵਾਂ ਜੀਵਨ ਮਿਲਦਾ ਹੈ। ਪਰਮਾਤਮਾ ਦੀ ਸੱਚੇ ਦਿਲ ਨਾਲ ਭਗਤੀ ਕਰਨੀ ਚਾਹੀਦੀ ਹੈ। ਆਤਮ ਸਮਰਪਣ ਅਤੇ ਉੱਚ ਨੈਤਿਕ ਜੀਵਨ ਦਾ ਪ੍ਰਚਾਰ ਗੁਰੂ ਨਾਨਕ ਦੇਵ ਜੀ ਨੇ ਕੀਤਾ। ਆਤਮ ਸਮਰਪਣ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤਿਆਗ ਕੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਦੇ ਆਪ ਨੂੰ ਸਮਰਪਿਤ ਕਰ ਦੇਣਾ ਔਰ ਉੱਚ ਨੈਤਿਕ ਜੀਵਨ ਜੀਣਾ। ਇਹ ਹਿੰਦੂ ਧਰਮ 'ਚ ਵੀ ਕਿਹਾ ਗਿਆ, ਇਹ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ। ਇਸ ਕਰਕੇ ਉਹ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਧਰਮ ਦੇ ਬੁਨਿਆਦੀ ਅਸੂਲਾਂ ਦਾ ਵਿਰੋਧ ਨਹੀਂ ਕੀਤਾ। ਇਸ ਕਰਕੇ ਉਹ ਕੌਣ ਹੋਏ? ਸੁਧਾਰਕ। ਛੇਵੀਂ ਗੱਲ, ਨਵੀਆਂ ਸੰਸਥਾਵਾਂ ਦੀ ਸਥਾਪਨਾ ਨਹੀਂ ਕੀਤੀ। ਪਿੱਛੇ ਆਪਾਂ ਇੱਕ ਕਨਸੈਪਟ ਪੜ੍ਹਿਆ ਸੀ ਕਿ ਉਹਨਾਂ ਨੇ ਨਵੀਆਂ ਸੰਸਥਾਵਾਂ, ਪੰਗਤ, ਲੰਗਰ ਦੀ ਸੰਸਥਾ, ਪੰਗਤ ਦੀ ਸੰਸਥਾ ਔਰ ਗੁਰੂ ਸੰਸਥਾ, ਇਹ ਨਵੀਆਂ ਸ਼ੁਰੂ ਕੀਤੀਆਂ। ਹੁਣ ਵਾਸਤਵ 'ਚ ਇਹ ਇਤਿਹਾਸ ਕਰਕੇ ਕਹਿੰਦੇ ਨੇ ਇਹਨਾਂ 'ਚੋਂ ਨਵੀਂ ਕੋਈ ਸੰਸਥਾ ਨਹੀਂ ਸੀ। ਗੁਰੂ ਸਾਹਿਬ ਦੁਆਰਾ ਸਥਾਪਿਤ ਸੰਗਤ ਸੰਸਥਾ ਬੋਧੀਆਂ ਦੇ ਸੰਘ ਵਾਂਗ ਹੀ ਸੀ। ਗੁਰੂਗੱਦੀ ਨੂੰ ਕਾਇਮ ਕਰਨਾ ਵੀ ਕੋਈ ਨਵੀਂ ਸੰਸਥਾ ਉਹ ਕਹਿੰਦੇ ਨਹੀਂ ਸੀ। ਹਿੰਦੂਆਂ ਦੇ ਬਹੁਤ ਸਾਰੇ ਧਾਰਮਿਕ ਧੜਿਆਂ ਵਿੱਚ ਗੁਰੂਗੱਦੀ ਕਾਇਮ ਰੱਖਣ ਦੀ ਪ੍ਰਥਾ ਪੁਰਾਣੇ ਤੌਰ 'ਤੇ ਪ੍ਰਚਲਿਤ ਸੀ। ਅੱਜ ਵੀ ਸ਼ੰਕਰਾਚਾਰਿਆ ਦੁਆਰਾ ਸਥਾਪਿਤ ਕਈ ਮਠਾਂ ਨੂੰ ਗੁਰੂ ਹੀ ਚਲਾ ਰਹੇ ਸਨ। ਤਾਂ ਇਸ ਕਰਕੇ ਉਹ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਨੇ ਕੋਈ ਵੀ ਨਵੀਂ ਸੰਸਥਾ ਨਹੀਂ ਚਲਾਈ, ਔਰ ਅਗਰ ਨਹੀਂ ਚਲਾਈ ਤਾਂ ਉਹ ਸੁਧਾਰ ਕਰਨਾ ਚਾਹੁੰਦੇ ਸੀ। ਉਹਨਾਂ ਨੇ ਪੁਰਾਣੀਆਂ ਸੰਸਥਾਵਾਂ ਨੂੰ ਸੋਧ ਕੇ ਨਵਾਂ ਰੂਪ ਦਿੱਤਾ, ਤਾਂ ਉਹ ਇੱਕ ਸਨ ਸੁਧਾਰਕ। ਅਗਲੀ ਗੱਲ ਔਰ ਆਖਰੀ ਗੱਲ, ਹੋਰ ਭਗਤਾਂ ਦੀ ਸਿੱਖਿਆ ਦੇ ਸਮਾਨ। ਇਹ ਇਤਿਹਾਸਕਾਰ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜਿਹੜੀਆਂ ਸੀ ਉਹ ਦੂਸਰੇ ਭਗਤੀ ਅੰਦੋਲਕਾਂ ਦੀ ਤਰ੍ਹਾਂ, ਜਿਵੇਂ ਉਹਨਾਂ ਨੇ ਕੀ ਕਿਹਾ, ਪਰਮਾਤਮਾ ਦੀ ਭਗਤੀ, ਕਰਮ ਸਿਧਾਂਤ, ਨੈਤਿਕਤਾ, ਆਤਮ ਸਮਰਪਣ ਅਤੇ ਸਿਧਾਂਤਾਂ 'ਤੇ ਜ਼ੋਰ ਦਿੱਤਾ। ਇਹਨਾਂ ਭਗਤਾਂ ਨੇ ਵੀ ਸਮਾਜ ਵਿੱਚ ਪ੍ਰਚਲਿਤ ਫਜ਼ੂਲ ਦੇ ਰੀਤੀ ਰਿਵਾਜ਼ਾਂ ਅਤੇ ਧਾਰਮਿਕ ਜਿਹੜੇ ਪਾਖੰਡ ਸੀ ਉਹਨਾਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਕੀਤਾ ਹੈ। ਲੇਕਿਨ ਗੁਰੂ ਨਾਨਕ ਦੇਵ ਜੀ ਨੇ ਕਈ ਗੱਲਾਂ ਬੜੀ ਸਪਸ਼ਟਤਾ ਨਾਲ ਕਹੀਆਂ। ਇਹ ਬੜਾ ਸਪਸ਼ਟ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ
ਦਾ ਕੰਪੈਰੀਜ਼ਨ ਬਾਕੀ ਭਗਤਾਂ ਨਾਲ ਨਹੀਂ ਕੀਤਾ ਜਾ ਸਕਦਾ। ਗੁਰੂ ਨਾਨਕ ਦੇਵ ਜੀ ਬਾਕੀ ਜਿੰਨੇ ਵੀ ਇਹ ਭਗਤੀ ਅੰਦੋਲਕ ਹੋਏ ਉਹਨਾਂ ਤੋਂ ਸ੍ਰੇਸ਼ਟ ਸੀ, ਉਹਨਾਂ ਤੋਂ ਅਲੱਗ ਸੀ, ਕਿਉਂਕਿ ਉਹਨਾਂ ਨੇ ਗੁਰੂ ਪਰੰਪਰਾ ਕਿਸੇ ਨੇ ਨਹੀਂ ਚਲਾਈ, ਗੁਰੂ ਨਾਨਕ ਦੇਵ ਜੀ ਨੇ ਚਲਾਈ। ਤਾਂ ਗੁਰੂ ਨਾਨਕ ਦੇਵ ਜੀ ਦਾ ਆਪਦਾ ਇੱਕ ਸਟਾਈਲ ਸੀ, ਆਪਦਾ ਇੱਕ ਤਰੀਕਾ ਸੀ, ਔਰ ਉਹ ਬੜਾ ਹੀ ਵਿਸ਼ੇਸ਼ ਸੀ। ਹੁਣ ਸਿੱਟੇ ਦੇ ਵਿੱਚ ਕੀ ਕਿਹਾ ਜਾ ਸਕਦਾ ਕਿ ਹੁਣ ਕੀ ਆਪਾਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ, ਆਪਾਂ ਦੋਨੋਂ ਪੱਖ ਦੇਖ ਲਏ। ਗੁਰੂ ਨਾਨਕ ਦੇਵ ਜੀ ਕ੍ਰਾਂਤੀਕਾਰੀ ਸਨ ਜਾਂ ਗੁਰੂ ਨਾਨਕ ਦੇਵ ਜੀ ਇੱਕ ਸੁਧਾਰਕ ਸਨ। ਤਾਂ ਹੁਣ ਇੱਥੇ ਬੜਾ ਸਪਸ਼ਟਲੀ ਕਿਹਾ ਜਾ ਸਕਦਾ ਕਿ ਵਾਸਤਵ 'ਚ ਗੁਰੂ ਨਾਨਕ ਦੇਵ ਜੀ ਇੱਕ ਕ੍ਰਾਂਤੀਕਾਰੀ ਤਾਂ ਨਹੀਂ ਸਨ, ਲੇਕਿਨ ਆਪਾਂ ਉਹਨਾਂ ਨੂੰ ਇੱਕ ਸਧਾਰਨ ਸੁਧਾਰਕ ਵੀ ਨਹੀਂ ਕਹਿ ਸਕਦੇ। ਗੁਰੂ ਨਾਨਕ ਦੇਵ ਜੀ ਕ੍ਰਾਂਤੀਕਾਰੀ ਕਿਸਮ ਦੇ ਸੁਧਾਰਕ ਸਨ। ਉਹ ਤੇਜ਼ੀ ਨਾਲ ਚੇਂਜਿਸ ਚਾਹੁੰਦੇ ਸਨ ਕਿ ਚੇਂਜਿਸ ਹੋ ਜਾਣ, ਜਿਹੜੀਆਂ ਬੁਰਾਈਆਂ ਹਿੰਦੂ ਧਰਮ 'ਚ ਆ ਗਈਆਂ ਸੀ ਉਹ ਦੂਰ ਕਰਨਾ ਚਾਹੁੰਦੇ ਸੀ। ਉਹਨਾਂ ਦੀ ਜਗ੍ਹਾ 'ਤੇ ਉਹਨਾਂ ਨੇ ਨਵੀਆਂ ਸੰਸਥਾਵਾਂ ਵੀ ਦਿੱਤੀਆਂ, ਲੇਕਿਨ ਮੌਲਿਕ ਸਿਧਾਂਤਾਂ ਨੂੰ ਨਹੀਂ ਬਦਲਿਆ। ਤਾਂ ਗੁਰੂ ਨਾਨਕ ਦੇਵ ਜੀ ਵਿਅਰਥ ਦੇ ਰੀਤੀ ਰਿਵਾਜ਼ਾਂ ਨੂੰ ਸਮਾਪਤ ਕਰਕੇ ਉਹਨਾਂ ਨੂੰ ਨਵਾਂ ਰੂਪ ਦੇਣਾ ਚਾਹੁੰਦੇ ਸਨ। ਗੁਰੂ ਨਾਨਕ ਦੇਵ ਜੀ ਨੇ ਭਟਕੇ ਹੋਏ ਸਮਾਜ ਨੂੰ ਠੀਕ ਮਾਰਗ ਦਰਸਾਉਣ ਦਾ ਯਤਨ ਜਿਹੜਾ ਹੈ ਉਹ ਕੀਤਾ। ਡਾਕਟਰ IB ਬੈਨਰਜੀ ਇਹ ਕਹਿੰਦੇ ਨੇ, ਉਹ ਮਾਰਨ ਲਈ ਨਹੀਂ ਸਗੋਂ ਰਾਜੀ ਕਰਨ ਲਈ, ਉਜਾੜਨ ਲਈ ਨਹੀਂ ਸਗੋਂ ਬਚਾਉਣ ਲਈ ਨਿਕਲੇ ਸਨ। ਤਾਂ ਵਾਸਤਵ 'ਚ ਇਹ ਕਹਿ ਸਕਦੇ ਹਾਂ ਗੁਰੂ ਨਾਨਕ ਦੇਵ ਜੀ ਸਭ ਕੁਝ ਚੇਂਜ ਕਰਕੇ ਉਹਨਾਂ ਦੀ ਜਗ੍ਹਾ 'ਤੇ ਬਦਲਾਵ ਨਹੀਂ ਸਨ ਕਰਨਾ ਚਾਹੁੰਦੇ, ਬਲਕਿ ਗੁਰੂ ਨਾਨਕ ਦੇਵ ਜੀ ਤਾਂ ਜੋ ਦੋਸ਼ ਉਸ ਵੇਲੇ ਧਰਮਾਂ 'ਚ ਆ ਗਏ ਸਨ ਉਹਨੂੰ ਦੂਰ ਕਰਕੇ, ਲੋਕਾਂ ਦੀਆਂ ਪ੍ਰਥਾਵਾਂ ਨੂੰ ਸੋਧ ਕੇ ਉਹਨਾਂ ਨੂੰ ਧਰਮ ਦਾ ਸੱਚਾ ਸਰੂਪ, ਸੱਚਾ ਗਿਆਨ ਦੇਣਾ ਚਾਹੁੰਦੇ ਸਨ, ਤਾਂ ਕਿ ਲੋਕ ਵਹਿਮਾਂ ਭਰਮਾਂ 'ਚੋਂ ਨਿਕਲ ਕੇ ਧਰਮ ਦੇ ਸਹੀ ਰੂਪ ਨੂੰ ਸਮਝ ਸਕਣ ਔਰ ਦੇਖ ਸਕਣ, ਔਰ ਮੁਕਤੀ ਦੀ ਰਾਹ 'ਤੇ, ਸਦਾਚਾਰੀ ਜੀਵਨ ਦੀ ਰਾਹ 'ਤੇ ਅੱਗੇ ਵਧ ਸਕਣ, ਔਰ ਜੀਵਨ ਵਿੱਚ ਪਰਮਾਤਮਾ ਦੀ ਪ੍ਰਾਪਤੀ ਕਰ ਸਕਣ। ਇਹ ਉਹਨਾਂ ਦਾ ਮੋਟਿਵ ਸੀ। ਤਾਂ ਇਸ ਦੇ ਨਾਲ ਹੀ ਆਪਣਾ ਜਿਹੜਾ ਹਿਸਟਰੀ ਦਾ ਇਹ ਚੌਥਾ ਲੈਸਨ ਹੈ, ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਸਿੱਖਿਆਵਾਂ, ਉਹ ਪੂਰਾ ਹੁੰਦਾ ਹੈ। ਤਾਂ ਬੇਟੇ ਮੈਂ ਉਮੀਦ ਕਰਦਾ ਤੁਸੀਂ ਸਾਰੇ ਪੜ੍ਹ ਰਹੇ ਹੋਗੇ। ਮੈਂ ਜ਼ਰੂਰ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਜਿੰਨੀਆਂ ਵੀ ਵੀਡੀਓਜ਼ ਦੇ ਵਿੱਚ ਆਪਾਂ ਇਹ ਲੈਸਨ ਪਿਛਲੀ ਵੀਡੀਓਜ਼ 'ਚ ਵੀ ਕੀਤੇ ਨੇ, ਔਰ ਇਹ ਹੁਣ ਚੌਥਾ ਆਪਾਂ ਇੱਥੇ ਕੰਪਲੀਟ ਕਰ ਲਿਆ ਹੈ। ਇਹ ਸਿਰਫ ਇੱਕ ਵਾਰੀ ਦੇਖ ਲੈਣ ਨਾਲ ਜਾਂ ਸੁਣ ਲੈਣ ਨਾਲ ਤੁਹਾਨੂੰ ਯਾਦ ਨਹੀਂ ਹੋਣਾ ਬੇਟੇ। ਤਾਂ ਇਹਨੂੰ ਵਾਰ-ਵਾਰ ਤੁਹਾਨੂੰ ਸੁਣਨਾ ਪਏਗਾ, ਵਾਰ-ਵਾਰ ਇਹਨੂੰ ਧਿਆਨ ਨਾਲ, ਗੌਰ ਨਾਲ ਸੁਣਨਾ ਪਏਗਾ ਔਰ ਦੇਖਣਾ ਪਏਗਾ, ਤਾਂ ਕਿ ਇਹ ਚੀਜ਼ਾਂ ਹੌਲੀ-ਹੌਲੀ ਤੁਹਾਨੂੰ ਜਿਹੜੀਆਂ ਨੇ ਤੁਹਾਡੇ ਮਾਈਂਡ ਦੇ ਵਿੱਚ ਬੈਠਣ। ਇਸ ਕਰਕੇ ਇੱਕ ਵਾਰੀ ਦੇਖ ਕੇ ਹੀ ਸਿਰਫ ਆਪਾਂ ਦੀ ਡਿਊਟੀ ਪੂਰੀ ਨਹੀਂ ਕਰਨੀ, ਸਮਾਂ ਆਪਣੇ ਕੋਲੇ ਹੈ ਤਾਂ ਵਾਰ-ਵਾਰ ਉਹਨਾਂ ਨੂੰ ਸੁਣਨਾ, ਤਾਂ ਕਿ ਇਹ ਤੁਹਾਨੂੰ ਲਾਭ ਜਿਹੜਾ ਹੈ ਉਹ ਹੋ ਸਕੇ। ਜੋ ਸਿੱਧੇ ਆਪਾਂ ਕਲਾਸ ਦੇ ਵਿੱਚ ਪੜ੍ਹਾਉਂਦੇ ਹਾਂ ਉਹਦੇ 'ਚ ਫਰਕ ਹੁੰਦਾ, ਔਰ ਇਸ ਕਰਕੇ ਇਹਨੂੰ ਤੁਸੀਂ ਰਿਪੀਟ ਜਦੋਂ ਮਰਜ਼ੀ ਕਰ ਸਕਦੇ ਹੋ। ਤੁਹਾਡੇ ਕੋਲੇ ਵੀਡੀਓ ਹੈ ਤਾਂ ਵਾਰ-ਵਾਰ ਦੇਖਣਾ। ਤਾਂ ਐਂਡ 'ਤੇ ਦੁਬਾਰਾ ਗੱਲ ਕਹਿਣਾ ਚਾਹਾਂਗਾ ਕਿ ਜਿਸ ਵੀ ਵਿਦਿਆਰਥੀ ਨੇ ਹਜੇ ਸਕੂਲ ਦਾ ਜਿਹੜਾ ਇਹ YouTube ਚੈਨਲ ਹੈ ਜਿਸ 'ਤੇ ਤੁਸੀਂ ਇਹ ਵੀਡੀਓ ਵੀ ਦੇਖ ਰਹੇ ਹੋ, ਦੇਵ ਸਮਾਜ ਸਮਾਰਟ ਸਕੂਲ ਮੋਗਾ, ਸਬਸਕ੍ਰਾਈਬ ਅਗਰ ਅਜੇ ਤੱਕ ਨਹੀਂ ਕੀਤਾ ਹੈ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਓ, ਤਾਂ ਕਿ ਹਰ ਸਬਜੈਕਟ ਜਿਹੜੇ ਵੀ ਤੁਹਾਡੇ ਦੂਸਰੇ ਸਬਜੈਕਟ ਨੇ, ਤਾਂ ਜਾਂ ਤੁਹਾਡੇ ਛੋਟੇ ਜਿਹੜੇ ਭੈਣ ਭਰਾ ਨੇ, ਅਗਰ ਉਹ ਕਿਸੇ ਕਲਾਸ ਵਿੱਚ ਪੜ੍ਹਦੇ ਉਹਨਾਂ ਦੇ ਲੈਸਨ ਵੀ ਇਸੇ ਤਰ੍ਹਾਂ ਇਸ ਚੈਨਲ 'ਤੇ ਆ ਰਹੇ ਹੈ। ਔਰ ਬੈਲ ਆਈਕਨ ਜ਼ਰੂਰ ਦਬਾ ਲੈਣਾ, ਤਾਂ ਕਿ ਜਦੋਂ ਵੀ ਕੋਈ ਵੀਡੀਓ ਪਾਈਏ, ਕਿਸੇ ਵੀ ਤਰ੍ਹਾਂ ਦੀ ਹੋਰ ਵੀ ਲਾਈਫ ਦੇ ਨਾਲ ਸੰਬੰਧਿਤ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਜਿਹੜੀਆਂ ਤੁਹਾਡੇ ਲਈ ਬੜੀਆਂ ਫਾਇਦੇਮੰਦ ਨੇ, ਉਹ ਤੁਸੀਂ ਦੇਖ ਸਕੋ। ਇਸ ਕਰਕੇ ਸਾਰਿਆਂ ਨੇ ਇਸ ਨੂੰ ਸਬਸਕ੍ਰਾਈਬ ਕਰਨਾ ਹੈ, ਆਪਦੇ ਦੋਸਤਾਂ ਮਿੱਤਰਾਂ ਨਾਲ ਇਹ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਹੈ। ਅਤੇ ਐਂਡ 'ਤੇ ਦੁਬਾਰਾ ਕਹਾਂਗਾ, ਵਾਰ-ਵਾਰ ਘਰੇ ਸਮਾਂ ਵੇਸਟ ਨਹੀਂ ਕਰਨਾ, ਪੜ੍ਹਾਈ ਕਰਨਾ। ਥੈਂਕ ਯੂ।